तुमरी शरण तुम्हारी आसा, तुम ही सज्जन सुहेले। राखो राखण हार दयाला, नानक करके गोले। धन वाहिगुरु साहिब जीओ। सलोक महला चौथा। हर सत निरंजन अमर है निर्भौ निर्वैर निरंकार। हर जपिया एक मन एक चित, तिन लथा होमै भार। जिन गुरमुख हर आराध्या, तिन संत जना जयकार। कोई निंदा करे पूरे सतगुरु की, तिसनो फिट फिट कहे सब संसार। सतगुर विच आप वरतदा, हर आपे रखण हार। धन धन गुरु गुण गावंदा, तिसनो सदा सदा नमस्कार। जन नानक तिनको वारिया, जिन जपिया सिरजनहार। महला चौथा। आपे धरती साजियान, आपे आकाश। बिच आपे जंत उपायन, मुख आपे दे गिरास। सब आपे आप न बरतदा, आपे ही गुणतास। जन नानक नाम ध्याए तू, सब किल विख कटे तास। पौड़ी। तू सच्चा साहिब सच है, सच सच्चे भावै। जो तुद सच सलाह दे, तिन जम कंकर नेड़ न आवै। तिनके मुख दर उजले, जिन हर हिरदै सच्चा भावै। कुड़ियार पिछां सट्टियन, कूड़ हिरदै कपट महा दुख पावै। मोह काले कुड़ियारियां, कुड़ियार कूड़ो होए जावै। परम सन्मानयोग जुगो जुग अटल चबर तख्त दे मालक साहिब सतगुरु धन धन श्री गुरु ग्रंथ ਸਾਹਿਬ जी महाराज तिन्हां दी हजूरी अंदर जुड़ मिल बैठे अत सत्कारयोग सन्मानयोग सतसंगी जनों, बहुत ही वਡਭਾਗੇ ਹਾਂ जो कि रोजाना लड़ीवार कथा विचार ਦੇ ਨਾਲ जुड़ਦੇ ਹਾਂ।
लड़ीवार चल रही कथा विचार गौड़ी की बार महला चौथा। गुरु ग्रंथ ਸਾਹਿਬ ਦਾ पावन पवित्र अंक 302। आओ गुरमुखो विचारां ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਅੰਦਰ ਸਜ ਕੇ ਜੁੜ ਕੇ ਬੈਠੀ ਹੈ, ਸਾਰੀ ਸੰਗਤ ਆਪਣਾ ਧਿਆਨ ਕਰੋ ਇਕਾਗਰ। ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਪਾਵਨ ਪਵਿੱਤਰ ਸ਼ਲੋਕ ਅਤੇ 6 ਨੰਬਰ ਪੌੜੀ। ਪਾਤਸ਼ਾਹ ਜੀ ਸ਼ਲੋਕ ਦੇ ਰਾਹੀਂ ਕਹਿ ਰਹੇ ਨੇ, ਸ਼ਲੋਕ ਮਹਿਲਾ ਚੌਥਾ। ਹਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ। ਪਾਤਸ਼ਾਹ ਜੀ ਕਹਿ ਰਹੇ ਨੇ ਪ੍ਰਭੂ ਸੱਚਮੁੱਚ ਹੈ, ਮਾਇਆ ਤੋਂ ਨਿਰਲੇਪ ਹੈ, ਮਾਇਆ ਤੋਂ ਪਰੇ ਹੈ, ਕਾਲ ਰਹਿਤ ਹੈ, ਨਿਰਭਉ ਹੈ, ਨਿਰਵੈਰ ਹੈ, ਉਹਦਾ ਕੋਈ ਆਕਾਰ ਨਹੀਂ ਹੈ। ਜਿਨ੍ਹਾਂ ਦੇ ਇਕਾਗਰ ਮਨ ਹੋ ਕੇ, ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਉਸ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਮਨ ਵਿੱਚੋਂ ਹਉਮੈ ਦਾ ਜਿਹੜਾ ਬੋਝ ਆ ਲੈ ਗਿਆ। ਸਤਿਗੁਰ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਪਹਿਲਾਂ ਪਰਮਾਤਮਾ ਦੀ ਸ਼ਨਾਖਤ ਕਰਾ ਰਹੇ ਨੇ, ਪਰਮਾਤਮਾ ਦੀ ਪਛਾਣ ਕਰਾ ਰਹੇ ਨੇ ਵੀ ਰੱਬ ਕਿਹੋ ਜਿਹਾ ਹੈ। ਗੁਰਬਾਣੀ ਦਾ ਦੱਸਿਆ ਰੱਬ ਕਿਹੋ ਜਿਹਾ। ਮਹਾਰਾਜ ਕਹਿੰਦੇ ਹਰ ਸਤ, ਸਤ ਦਾ ਅਰਥ ਹੁੰਦਾ ਸੱਚਮੁੱਚ, ਸਦਾ ਹੋਂਦ ਵਾਲਾ, ਰਹਿਣ ਵਾਲਾ। ਹਰ ਦਾ ਅਰਥ ਵੀ ਰੱਬ ਹੈ। ਹਰ ਸਤ ਨਿਰੰਜਨ, ਨਿਰੰਜਨ ਦਾ ਅਰਥ ਹੁੰਦਾ ਜੀ ਮਾਇਆ ਦੀ ਕਾਲਖ ਤੋਂ ਰਹਿਤ, ਉਹਨੂੰ ਕੋਈ ਦਾਗ ਨਹੀਂ ਲੱਗਿਆ ਹੋਇਆ, ਕਿਸੇ ਪ੍ਰਕਾਰ ਦਾ ਕੋਈ ਦਾਗ ਨਹੀਂ ਹੈ ਰੱਬ ਦੇ ਉੱਤੇ। ਅਮਰ, ਨਾ ਮਰਨ ਵਾਲਾ, ਸਦਾ ਥਿਰ ਰਹਿਣ ਵਾਲਾ, ਅਮਰ ਹੈ। ਮਹਾਰਾਜ ਕਹਿੰਦੇ ਨਿਰਭਉ ਨਿਰਵੈਰ ਨਿਰੰਕਾਰ। 3 ਸ਼ਬਦ ਵਰਤੇ ਜੀ, ਨਿਰਭਉ। ਪਾਤਸ਼ਾਹ ਜੀ ਕਹਿ ਰਹੇ ਨੇ ਜਿਸ ਨੂੰ ਕੋਈ ਡਰ ਨਹੀਂ ਹੈ, ਨਿਰਭਉ, ਜਿਹਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ। ਅੱਗੇ ਮਹਾਰਾਜ ਕਹਿੰਦੇ ਨਿਰਵੈਰ, ਅਤੇ ਪਾਤਸ਼ਾਹ ਦਾ ਉਸ ਦਾ ਕੋਈ ਖਾਸ ਕੋਈ ਨਾ ਤਾਂ ਸਰੀਰ ਹੈ, ਉਹ ਨਾ ਕਿਸੇ ਨਾਲ ਵੈਰ ਰੱਖਣ ਵਾਲਾ। ਨਿਰਭਉ ਨਿਰਵੈਰ, ਨਿਰਵੈਰ ਦਾ ਅਰਥ ਹੈ ਵੈਰ ਤੋਂ ਰਹਿਤ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਅੱਗੇ ਮਹਾਰਾਜ ਕਹਿੰਦੇ ਨਿਰੰਕਾਰ, ਨਿਰੰਕਾਰ ਦਾ ਅਰਥ ਹੈ ਜਿਸ ਦਾ ਕੋਈ ਖਾਸ ਸਰੀਰ ਨਹੀਂ ਹੈ। ਜਿਹੜੀ ਆਪਾਂ ਪਹਿਲੀ ਪੰਕਤੀ ਪੜ੍ਹੀ ਹੈ ਜੀ, ਇਸ ਪੰਕਤੀ ਦੇ ਅੰਦਰ ਰੱਬ ਦੇ ਪ੍ਰਥਾਏ ਦੱਸਿਆ ਗਿਆ ਰੱਬ ਕਿਹੋ ਜਿਹਾ ਸਾਡਾ, ਜਿਹਨੂੰ ਅਸੀਂ ਮੰਨਣਾ ਹੈ, ਜਿਹਨੂੰ ਅਸੀਂ ਧਿਆਉਣਾ ਹੈ, ਕਿਵੇਂ ਮਹਿਸੂਸ ਕਰਨਾ, ਕਿਵੇਂ ਧਿਆਉਣਾ। ਬਾਣੀ ਇਹ ਗੱਲ ਆਪਾਂ ਨੂੰ ਸਮਝਾ ਰਹੀ ਹੈ। ਮਹਾਰਾਜ ਕਹਿੰਦੇ ਉਹ ਸੱਚਾ ਹੈ, ਨਿਰੰਜਨ ਹੈ, ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ, ਜਿਹਦਾ ਕੋਈ ਆਕਾਰ ਨਹੀਂ ਹੈ। ਰੱਬ ਦਾ, ਪ੍ਰਮਾਤਮਾ ਦਾ ਕੋਈ ਆਕਾਰ ਨਹੀਂ ਹੈ, ਉਹਦੀ ਕੋਈ ਸ਼ਕਲ ਚਿਹਰਾ ਨਹੀਂ ਹੈ। ਹੁਣ ਧਿਆਉਣਾ ਕਿਵੇਂ ਹੈ? ਗੁਰਬਾਣੀ ਇਹ ਗੱਲ ਆਪਾਂ ਨੂੰ ਸਮਝਾਉਂਦੀ ਹੈ। ਗੁਰੂ ਸਾਹਿਬ ਜੀ ਇਹ ਗੱਲ ਕਹਿ ਰਹੇ ਨੇ, ਉਹ ਆਕਾਰ ਤੋਂ ਰਹਿਤ ਪ੍ਰਮਾਤਮਾ ਦੁਨੀਆ ਅੰਦਰ, ਖਲਕਤ ਅੰਦਰ ਵਸਿਆ ਹੋਇਆ ਹੈ। ਦੁਨੀਆ ਨੂੰ ਪਿਆਰ ਕਰਨਾ, ਸੰਸਾਰ ਨੂੰ ਪਿਆਰ ਕਰਨਾ, ਸਮਾਜ ਬਾਰੇ ਵਧੀਆ ਸੋਚਣਾ, ਵਧੀਆ ਕਰਨਾ, ਇਹ ਰੱਬ ਨੂੰ ਧਿਆਉਣਾ ਹੀ ਹੁੰਦਾ ਜੀ। ਅਸੀਂ ਸੰਸਾਰ ਅੰਦਰ ਵੇਖਦੇ ਹਾਂ ਨਾ, ਸੰਸਾਰ ਅੰਦਰ ਬਹੁਤਾ ਵਿਖਾਵਾ ਚੱਲਦਾ ਹੈ। ਰੱਬ ਨੂੰ ਮਨਾਉਣ ਦੇ ਲਈ, ਰੱਬ ਨੂੰ ਪਾਉਣ ਦੇ ਲਈ ਪਤਾ ਨਹੀਂ ਕਿੰਨਾ ਕੁਝ ਕੀਤਾ ਜਾਂਦਾ ਹੈ। ਪਰ ਜੋ ਸਿੰਪਲ ਅਤੇ ਸੌਖੇ ਸ਼ਬਦਾਂ ਵਿੱਚ ਆਪਾਂ ਸਮਝਦੇ ਹਾਂ, ਪਾਤਸ਼ਾਹ ਜੀ ਕਹਿੰਦੇ ਉਹਦਾ ਕੋਈ ਆਕਾਰ ਨਹੀਂ ਹੈ, ਉਹ ਆਕਾਰ ਤੋਂ ਰਹਿਤ ਹੈ। ਇਹਦਾ ਭਾਵ ਇਹੋ ਬਣਦਾ ਹੈ, ਪਾਤਸ਼ਾਹ ਜੀ ਕਹਿੰਦੇ ਸਮਾਜ ਅੰਦਰ ਉਹ ਵਸਿਆ ਹੋਇਆ, ਖਲਕਤ ਅੰਦਰ ਉਹ ਵਸਿਆ ਹੋਇਆ। ਖਲਕਤ ਦੀ ਸੇਵਾ, ਸੰਸਾਰ ਦੀ ਸੇਵਾ, ਰੱਬ ਦੀ ਸੇਵਾ ਹੀ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਜਿਨ ਜਪਿਆ ਇੱਕ ਮਨ ਇੱਕ ਚਿੱਤ, ਤਿਨ ਲੱਥਾ ਹਉਮੈ ਭਾਰ। ਜਿਨ੍ਹਾਂ ਮਨੁੱਖਾਂ ਨੇ ਇੱਕ ਮਨ ਹੋ ਕੇ
ਪਾਤਸ਼ਾਹ ਜੀ ਕਹਿ ਰਹੇ ਨੇ ਜੀ, ਜਿਨ੍ਹਾਂ ਮਨੁੱਖਾਂ ਨੇ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਉਹਨੂੰ ਯਾਦ ਕਰ ਲਿਆ, ਉਹਨੂੰ ਧਿਆ ਲਿਆ, ਉਹਦੇ ਰੱਬੀ ਨਿਯਮ ਨੂੰ ਸਮਝ ਲਿਆ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹਨਾਂ ਦਾ ਹਉਮੈ ਵਾਲਾ ਭਾਰ ਉਤਰ ਗਿਆ, ਹੰਕਾਰ ਵਾਲਾ ਭਾਰ ਉਤਰ ਗਿਆ। ਕਿਉਂਕਿ ਇਹ ਵੀ ਇੱਕ ਮਨ ਤੇ ਪਿਆ ਬੋਝ ਹੈ ਜੀ, ਭਾਵੇਂ ਸਾਨੂੰ ਨਾ ਲੱਗਦਾ ਹੋਵੇ, ਪਰ ਜੇ ਬੰਦਾ ਆਪਣੀ ਆਰਜ਼ੂ ਦੇ ਅੰਦਰ, ਉਮਰ ਦੇ ਅੰਦਰ, ਆਪਣੀ ਜ਼ਿੰਦਗੀ ਦੇ ਅੰਦਰ ਕਿਸੇ ਵੀ ਗੱਲ ਦਾ ਹੰਕਾਰ ਕਰਦਾ ਨਾ, ਕਿਸੇ ਪਦਾਰਥ ਦਾ, ਕਿਸੇ ਕੁੱਲ ਦਾ, ਕਿਸੇ ਵੀ ਪਦਾਰਥ ਦਾ, ਸਤਿਗੁਰੂ ਮਹਾਰਾਜ ਕਹਿੰਦੇ ਉਹ ਬੰਦਾ ਗਲ ਜਾਂਦਾ ਹੈ, ਡਿੱਗ ਜਾਂਦਾ ਹੈ। ਜਦੋਂ ਉਹਨੂੰ ਇੱਕ ਚਿੱਤ ਹੋ ਕੇ ਧਿਆ ਲਿਆ, ਜਪ ਲਿਆ, ਯਾਦ ਕਰ ਲਿਆ, ਫਿਰ ਸਾਡਾ ਹਉਮੈ ਵਾਲਾ ਭਾਰ ਹੌਲਾ ਹੋ ਜਾਂਦਾ ਹੈ। ਫਿਰ ਆਪਣੀ ਮੱਤ ਅਸੀਂ ਛੱਡ ਦਿੰਦੇ ਹਾਂ। ਹਉਮੈ ਪਤਾ ਕਦੋਂ ਪੈਦਾ ਹੁੰਦੀ ਹੈ? ਜਦੋਂ ਅਸੀਂ ਆਪਣੀ ਮੱਤ ਛੱਡਦੇ ਨਹੀਂ। ਜਦੋਂ ਆਪਣੀ ਮੱਤ ਛੱਡਤੀ ਫਿਰ ਹਉਮੈ ਆਪੇ ਖਤਮ ਹੋ ਜਾਵੇਗੀ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਜਿਨ ਗੁਰਮੁਖ ਹਰ ਆਰਾਧਿਆ, ਤਿਨ ਸੰਤ ਜਨਾ ਜੈਕਾਰ। ਪਾਤਸ਼ਾਹ ਜੀ ਇੱਥੇ ਆਪਾਂ ਨੂੰ ਜਿਹੜੀ ਵਿਚਾਰ ਦੇ ਰਹੇ ਨੇ, ਪਾਤਸ਼ਾਹ ਜੀ ਕਹਿ ਰਹੇ ਨੇ ਉਹਨਾਂ ਸੰਤ ਜਨਾਂ ਨੂੰ ਵਡਿਆਈ ਮਿਲਦੀ ਹੈ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਉਸ ਮਾਲਕ ਦਾ ਸਿਮਰਨ ਕਰ ਲਿਆ। ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਜਿਨ੍ਹਾਂ ਨੇ ਉਸ ਮਾਲਕ ਦੇ ਸਨਮੁਖ ਹੋ ਕੇ, ਜਿਨ ਗੁਰਮੁਖ ਹਰ ਆਰਾਧਿਆ, ਤਿਨ ਸੰਤ ਜਨਾ ਜੈਕਾਰ। ਪਾਤਸ਼ਾਹ ਜੀ ਕਹਿ ਰਹੇ ਨੇ ਉਹਨਾਂ ਦਾ ਸਾਰਾ ਸੰਸਾਰ ਦੇ ਵਿੱਚ, ਸੰਸਾਰ ਵਿੱਚ ਵਡਿਆਈ ਮਿਲ ਗਈ, ਸ਼ੋਭਾ ਮਿਲ ਗਈ। ਜੇ ਕੋਈ ਪੂਰੇ ਸਤਿਗੁਰੂ ਦੀ ਨਿੰਦਿਆ ਕਰਦਾ ਨਾ, ਉਸ ਨੂੰ ਸਾਰਾ ਸੰਸਾਰ ਫਿਟਕਾਰਾਂ ਪਾਉਂਦਾ ਹੈ। ਹੁਣ ਇਹਨੂੰ ਅਗਲੀ ਪੰਕਤੀ ਜਿਹੜੀ ਆਪਾਂ ਪੜ੍ਹਨੀ ਹੈ, ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਹਰ ਆਰਾਧਿਆ। ਪਾਤਸ਼ਾਹ ਜੀ ਕਹਿ ਰਹੇ ਨੇ, ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸਨੋ ਫਿਟ ਫਿਟ ਕਹੈ ਸਭ ਸੰਸਾਰ। ਇਹਨੂੰ ਧਿਆਨ ਨਾਲ ਸਮਝੋ ਇਸ ਪੰਕਤੀ ਨੂੰ। ਨਿੰਦਿਆ ਪਤਾ ਕੀ ਹੁੰਦੀ ਹੈ? ਅਸਲੀਅਤ ਤੋਂ ਕੋਈ ਉਲਟ ਗੱਲ ਕਹਿਣੀ, ਵੀ ਅਸਲੀਅਤ ਕੁਝ ਹੋਰ ਹੈ, ਕਹਿ ਅਸੀਂ ਕੁਝ ਹੋਰ ਰਹੇ ਹਾਂ, ਇਹਨੂੰ ਨਿੰਦਿਆ ਕਹਿ ਸਕਦੇ ਹਾਂ ਆਪਾਂ। ਹੁਣ ਇੱਥੇ ਗੱਲ ਕੀਤੀ ਗਈ ਵੀ ਪੂਰੇ ਸਤਿਗੁਰੂ ਦੀ ਨਿੰਦਿਆ ਜਿਹੜਾ ਕਰਦਾ ਉਹਨੂੰ ਸੰਸਾਰ ਲਾਹਣਤਾਂ ਪਾਉਂਦਾ, ਸੰਸਾਰ ਉਹਨੂੰ ਫਿਟਕਾਰ ਜੋ ਕਹਿੰਦਾ ਹੈ। ਹੁਣ ਪੂਰੇ ਗੁਰੂ ਦੀ ਨਿੰਦਿਆ ਕੀ ਹੈ? ਮਾਨੋ ਜੇ ਕੋਈ ਗੁਰੂ ਬਾਰੇ ਕੋਈ ਗਲਤ ਸ਼ਬਦ ਬੋਲਦਾ, ਗਲਤ ਗੱਲ ਕਰਦਾ, ਇਹ ਵੀ ਨਿੰਦਿਆ ਆਪਾਂ ਕਹਿ ਸਕਦੇ ਹਾਂ। ਪਰ ਗੁਰੂ ਦੀ ਗੱਲ ਸਮਝ ਕੇ, ਗੁਰੂ ਦੀ ਗੱਲ ਧਿਆਨ ਨਾਲ ਸੁਣ ਕੇ ਉਹਨੂੰ ਨਾ ਮੰਨਣਾ, ਇਹ ਵੀ ਇੱਕ ਨਿੰਦਿਆ ਹੈ। ਜਿਨ੍ਹਾਂ ਕਰਮਾਂ ਤੋਂ, ਜਿਨ੍ਹਾਂ ਵਿਸ਼ੇ ਵਿਕਾਰਾਂ ਤੋਂ, ਜਿਨ੍ਹਾਂ ਕਰਮ ਕਾਂਡਾਂ ਤੋਂ ਗੁਰੂ ਰੋਕਦਾ ਨਾ, ਅਸੀਂ ਉਹ ਕਰਮ ਕਰਦੇ ਹਾਂ, ਇਹ ਵੀ ਗੁਰੂ ਦੀ ਨਿੰਦਿਆ ਅਸੀਂ ਕਰਦੇ ਹਾਂ, ਤੋਹੀਨ ਕਰਦੇ ਹਾਂ ਗੁਰੂ ਦੀ। ਗੁਰੂ ਤਾਂ ਵਰਜਦਾ ਨਾ। ਸਤਿਗੁਰੂ ਮਹਾਰਾਜ ਨੇ ਤਾਂ ਇੱਥੇ ਇੱਕ ਗੱਲ ਆਖੀ ਵੀ ਇੱਕ ਤੇ ਟੇਕ ਰੱਖ, ਇੱਕ ਤੇ ਵਿਸ਼ਵਾਸ ਰੱਖ। ਜੇ ਸਾਡਾ ਹਾਲੇ ਤੱਕ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਬਣਿਆ, ਹਾਲੇ ਵੀ ਅਸੀਂ ਕਿਤੇ ਹੋਰ ਸਿਰ ਝੁਕਾਉਂਦੇ ਹਾਂ, ਕਿਸੇ ਹੋਰ ਥਾਂ ਨੂੰ ਪੂਜਦੇ ਹਾਂ, ਮੰਨਦੇ ਹਾਂ, ਇਹ ਵੀ ਗੁਰੂ ਦੀ ਨਿੰਦਿਆ ਅਸੀਂ ਕਰ ਰਹੇ ਹਾਂ। ਗੁਰੂ ਦੇ ਬਚਨਾਂ ਨੂੰ ਸੁਣ ਕੇ, ਪੜ੍ਹ ਕੇ ਨਾ ਮੰਨਣਾ, ਇਹ ਵੀ ਇੱਕ ਬਹੁਤ ਵੱਡੀ ਨਿੰਦਿਆ ਹੈ ਗੁਰੂ ਦੀ। ਸਤਿਗੁਰੂ ਮਹਾਰਾਜ ਕਹਿੰਦੇ ਇਹ ਵੀ ਤੂੰ ਗੁਰੂ ਦੀ ਨਿੰਦਿਆ ਕਰਦਾ, ਤੈਨੂੰ ਗੁਰੂ ਨੇ ਸਮਝਾਇਆ ਕੀ ਹੈ, ਪਰ ਤੂੰ ਗੁਰੂ ਤੋਂ ਉਲਟ ਕਰਮ ਕਰੀ ਜਾਣਾ ਹੈ। ਸੰਸਾਰ ਦੇ ਅੰਦਰ ਤੈਨੂੰ ਫਿਟਕਾਰਯੋਗ ਆਖਿਆ ਜਾਣਾ ਹੈ। ਜੇ ਤੂੰ ਗੁਰੂ ਦੀ ਗੱਲ ਨਾ ਮੰਨੀ ਨਾ, ਸੰਸਾਰ ਦੇ ਅੰਦਰ ਤੇਰਾ ਜੀਵਨ ਧਰਕਾਰਯੋਗ ਹੈ, ਫਿਟਕਾਰਯੋਗ ਹੈ। ਅੱਗੇ ਸਤਿਗੁਰੂ ਜੀ ਗੱਲ ਕਰਦੇ ਨੇ ਜੀ, ਸਤਿਗੁਰ ਵਿੱਚ ਆਪ ਵਰਤਦਾ, ਹਰ ਆਪੇ ਰੱਖਣਹਾਰ। ਪਾਤਸ਼ਾਹ ਜੀ ਕਹਿ ਰਹੇ ਨੇ, ਉਹ ਸਤਿਗੁਰੂ, ਉਹ ਮਾਲਕ, ਉਹ ਪ੍ਰਭੂ ਸਾਰੀਆਂ ਥਾਵਾਂ ਤੇ ਵਸਿਆ ਹੋਇਆ, ਉਹ ਆਪ ਵਰਤ ਰਿਹਾ। ਸਤਿਗੁਰ ਵਿੱਚ ਆਪ ਵਰਤਦਾ, ਹਰ ਆਪੇ ਰੱਖਣਹਾਰ, ਆਪੇ ਉਹ ਰੱਖਿਆ ਕਰਦਾ, ਕਿਰਪਾ ਕਰਦਾ। ਧੰਨ ਧੰਨ ਗੁਰੂ ਗੁਣ ਗਾਵੰਦਾ, ਤਿਸਨੋਂ ਸਦਾ ਸਦਾ ਨਮਸਕਾਰ। ਜਿਹੜਾ ਗੁਰੂ ਦੇ ਗੁਣ ਗਾਉਂਦਾ ਨਾ,
ਗੁਰੂ ਦੀ ਗੱਲ ਨੂੰ ਕਮਾਉਂਦਾ ਹੈ। ਮਹਾਰਾਜ ਕਹਿੰਦੇ ਉਹਨੂੰ ਸਦਾ ਨਮਸਕਾਰ ਹੈ। ਜਨ ਨਾਨਕ ਤਿਨ ਕੋ ਵਾਰਿਆ, ਜਿਨ ਜਪਿਆ ਸਿਰਜਣਹਾਰ। ਪਾਤਸ਼ਾਹ ਜੀ ਕਹਿੰਦੇ ਜਿਹੜਾ ਉਸ ਸਿਰਜਣਹਾਰ ਨੂੰ ਜਪਦਾ ਹੈ ਉਹ ਤੋਂ ਮੈਂ ਕੁਰਬਾਨ ਜਾਨਾ, ਸਦਕੇ ਜਾਨਾ, ਜਿਹਨੇ ਸਿਰਜਣਹਾਰ ਨੂੰ ਧਿਆ ਲਿਆ। ਅੱਗੇ ਗੁਰੂ ਸਾਹਿਬ ਜੀ ਅਗਲੇ ਸ਼ਲੋਕ ਅੰਦਰ ਕਹਿ ਰਹੇ ਨੇ ਜੀ, ਸ਼ਲੋਕ ਮਹਿਲਾ ਚੌਥਾ। ਆਪੇ ਧਰਤੀ ਸਾਜੀਅਨ ਆਪੇ ਆਕਾਸ਼। ਧਰਤੀ ਬਣਾਉਣ ਵਾਲਾ, ਆਕਾਸ਼ ਬਣਾਉਣ ਵਾਲਾ, ਇਹ ਦੁਨੀਆ ਦਾ ਏਡਾ ਵੱਡਾ ਪਸਾਰਾ ਬਣਾਉਣ ਵਾਲਾ ਉਹ ਆਪ ਹੀ ਹੈ। ਵਿੱਚ ਆਪੇ ਜੰਤ ਉਪਾਇਨ, ਮੁਖ ਆਪੇ ਦੇ ਗਿਰਾਸ। ਮਹਾਰਾਜ ਕਹਿੰਦੇ ਏਡਾ ਵੱਡਾ ਪਸਾਰਾ ਬਣਾ ਕੇ, ਏਡਾ ਵੱਡਾ ਪਸਾਰਾ ਕਾਇਮ ਕਰਕੇ ਜੰਤੂਆਂ ਨੂੰ ਆਪ ਹੀ ਉਹ ਗਰਾਈ ਦਿੰਦਾ ਹੈ, ਪਦਾਰਥ, ਭੋਜਨ ਪਦਾਰਥ ਦਿੰਦਾ ਹੈ। ਆਪਾਂ ਇੱਕ ਬਚਨ ਪੜ੍ਹਦੇ ਹਾਂ ਜੀ, ਮਹਾਰਾਜ ਕਹਿੰਦੇ ਸੈਲ ਪੱਥਰ ਮੈਂ ਜੰਤ ਉਪਾਇਆ, ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਸੈਲ ਪੱਥਰ ਮੈਂ, ਪੱਥਰ ਦੇ ਵਿੱਚ ਜੰਤ ਨੂੰ ਪੈਦਾ ਕਰਕੇ, ਕੀੜੇ ਨੂੰ ਪੈਦਾ ਕਰਕੇ, ਹੁਣ ਕੀੜੇ ਦਾ ਪ੍ਰਬੰਧ ਉੱਥੇ ਹੀ ਕਰ ਦਿੱਤਾ, ਪਦਾਰਥਾਂ ਦਾ, ਭੋਜਨ ਦਾ, ਉਹਦਾ ਰਿਜ਼ਕ ਉੱਥੇ ਟਿਕਾ ਦਿੱਤਾ ਮਾਲਕ ਨੇ। ਜੇ ਆਪਾਂ ਪਸਾਰੇ ਦੀ ਗੱਲ ਕਰਾਂਗੇ ਨਾ, ਰੱਬ ਦਾ ਪਸਾਰਾ ਬਹੁਤ ਵੱਡਾ ਹੈ। ਕਿਵੇਂ ਕਿਸੇ ਨੂੰ ਪਦਾਰਥ ਮਿਲਦਾ, ਕਿਵੇਂ ਕਿਸੇ ਕੋਲ ਭੋਜਨ ਮਿਲਦਾ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਅਨੇਕਾਂ ਉਦਾਹਰਨਾਂ ਦਿੱਤੀਆਂ। ਊੜੈ ਊੜ ਆਵੈ ਸੈ ਕੋਸਾਂ, ਤਿਸ ਪਾਛੈ ਵਿਚਰੇ ਚਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਕੂੰਜ ਦੀ ਉਦਾਹਰਨ ਦਿੱਤੀ ਮਹਾਰਾਜ ਨੇ, ਕਿਵੇਂ ਉਹ ਭੋਜਨ ਇਕੱਠਾ ਕਰਦੀ ਹੈ, ਕਿੱਥੇ ਉਹਦਾ ਚਿੱਤ ਲੱਗਿਆ ਰਹਿੰਦਾ, ਕਿੱਥੇ ਚਿੱਤ ਉਹਦਾ ਪਿਆ ਹੈ। ਬਹੁਤ ਉਦਾਹਰਨਾਂ ਐਸੀਆਂ ਨੇ ਜੀ। ਇੱਥੇ ਆਪਾਂ ਜਿਹੜੀ ਵਿਚਾਰ ਸਮਝ ਰਹੇ ਸੀ, ਪਾਤਸ਼ਾਹ ਜੀ ਕਹਿ ਰਹੇ ਨੇ ਸਭ ਕੁਝ ਬਣਾ ਕੇ, ਪੈਦਾ ਕਰਕੇ, ਹਰ ਇੱਕ ਨੂੰ ਉਹ ਭੋਜਨ ਵੀ ਦੇ ਰਿਹਾ ਵਾਹਿਗੁਰੂ। ਸਭ ਆਪੇ ਆਪ ਵਰਤਦਾ, ਆਪੇ ਗੁਣਤਾਸ, ਸਾਰੇ ਕਿਤੇ ਉਹ ਆਪ ਹੀ ਵਰਤਦਾ। ਬੰਦੇ ਦੇ ਰਾਹੀਂ, ਮਨੁੱਖ ਦੇ ਰਾਹੀਂ। ਕਈ ਵਾਰ ਆਪਾਂ ਅਕਸਰ ਇਹ ਗੱਲ ਕਰਦੇ ਆ ਵੀ ਫਲਾਣਾ ਬੰਦਾ ਮੇਰੇ ਵਾਸਤੇ ਰੱਬ ਬਣ ਕੇ ਬੌੜਿਆ। ਹੁਣ ਇਹ ਸ਼ਬਦ ਆਮ ਵਰਤੇ ਜਾਂਦੇ ਨੇ ਕਿਉਂਕਿ ਹਰ ਇੱਕ ਦੇ ਅੰਦਰ ਉਹ ਪਰਮਾਤਮਾ ਦੀ ਜੋਤ ਜਗ ਰਹੀ ਹੈ। ਪਤਾ ਨਹੀਂ ਕਿਹੜੀ ਮੁਸੀਬਤ ਵਿੱਚੋਂ, ਕਿਹੜੇ ਦੁੱਖ ਦੇ ਵਿੱਚੋਂ ਕੋਈ ਸਾਨੂੰ ਬਾਂਹ ਫੜ ਕੇ ਕੱਢ ਦੇਵੇ। ਇਹ ਹੁਕਮ ਕਹਿ ਲਓ, ਇਹ ਵਰਤਾਰਾ ਕਹਿ ਲਓ, ਕਿਹਦਾ ਵਰਤ ਰਿਹਾ? ਇੱਕ ਅਕਾਲ ਪੁਰਖ ਵਾਹਿਗੁਰੂ ਦਾ ਇਹ ਵਰਤਾਰਾ ਦੁਨੀਆ ਦੇ ਅੰਦਰ ਵਰਤਦਾ। ਸਤਿਗੁਰ ਮਹਾਰਾਜ ਇੱਥੇ ਅੱਗੇ ਆਪਾਂ ਨੂੰ ਸਮਝਾ ਰਹੇ ਨੇ ਜੀ, ਸਭ ਆਪੇ ਆਪ ਵਰਤਦਾ, ਆਪੇ ਹੀ ਗੁਣਤਾਸ। ਗੁਣਤਾਸ ਦਾ ਅਰਥ ਗੁਣਾਂ ਦਾ ਖਜ਼ਾਨਾ ਵੀ ਉਹ ਹੈ। ਜਨ ਨਾਨਕ ਨਾਮ ਧਿਆਏ ਤੂੰ, ਸਭ ਕਿਲਵੇ ਕੱਟੇ ਤਾਸ। ਪਾਤਸ਼ਾਹ ਜੀ ਕਹਿੰਦੇ ਉਸ ਨਾਮ ਨੂੰ ਜਪਿਆ ਕਰ। ਨਾਮ ਨੂੰ ਜਪ ਕੇ ਸਾਰੇ ਪਾਪ ਕੱਟੇ ਜਾਂਦੇ ਨੇ, ਸਾਰੇ ਪਾਪ ਦੂਰ ਹੋ ਜਾਂਦੇ ਨੇ ਜਿਹੜੇ ਅਸੀਂ ਕਮਾਏ ਹੁੰਦੇ ਨੇ। ਅੱਗੇ ਪੌੜੀ ਵਿੱਚ ਕਹਿ ਰਹੇ ਨੇ, ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਭਾਵੈ। ਹੇ ਵਾਹਿਗੁਰੂ, ਤੂੰ ਸੱਚਾ ਹੈ, ਫਿਰ ਰਹਿਣ ਵਾਲਾ ਹੈ। ਤੈਨੂੰ ਸੱਚਾ ਹੀ, ਸੱਚ ਹੀ ਤੈਨੂੰ ਪਿਆਰਾ ਲੱਗਦਾ ਹੈ। ਜੋ ਤੁਧ ਸੱਚ ਸਲਾਹਨ ਦੇ, ਤਿੰਨ ਜਮ ਕੰਕਰ ਨੇੜ ਨਾ ਆਵੇ। ਜਿਹੜੇ ਸੱਚ ਨਾਲ ਜੁੜ ਜਾਂਦੇ ਨੇ, ਸੱਚੇ ਦੀ ਸਿਫਤ ਕਰਦੇ ਨੇ, ਉਹਨਾਂ ਦੇ ਨੇੜੇ ਕੋਈ ਦੁੱਖ ਨਹੀਂ ਪਹੁੰਚ ਸਕਦਾ, ਦੁੱਖ ਉਹਨਾਂ ਦੇ ਨੇੜੇ ਨਹੀਂ ਆਉਂਦਾ। ਤਿਨਕੇ ਮੁਖ ਦਰ ਉਜਲੇ, ਜਿਨ ਹਰ ਹਿਰਦੈ ਸੱਚਾ ਭਾਵੈ। ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਮੁਖ ਪਵਿੱਤਰ ਹੋ ਜਾਂਦੇ ਨੇ, ਉਜਲੇ ਹੋ ਜਾਂਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚੇ ਦਾ ਪਿਆਰ ਟਿਕ ਜਾਂਦਾ, ਵਾਹਿਗੁਰੂ ਦਾ ਪਿਆਰ ਵਸ ਜਾਂਦਾ। ਕੁੜਿਆਰ ਪਿਛਾਂ ਸੱਟੀਆਂ ਨਾ। ਕੁੜਿਆਰ ਪਤਾ ਕਿਹਨੂੰ ਕਹਿੰਦੇ? ਝੂਠੇ ਬੰਦੇ ਨੂੰ ਕੁੜਿਆਰ ਕਿਹਾ ਜਾਂਦਾ। ਝੂਠ ਤੇ ਸੱਚ ਦੀ ਜਦੋਂ ਗੱਲ ਕਰਦੇ ਆ ਨਾ, ਸੱਚੇ ਬੰਦੇ ਦੇ ਬਰਾਬਰ ਝੂਠਾ ਬੰਦਾ ਨਹੀਂ ਖੜ ਸਕਦਾ। ਗੁਰੂ ਸਾਹਿਬ ਨੇ ਕਿਹਾ ਬਾਣੀ ਅੰਦਰ, ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕੁੜਿਆਰ ਇੱਥੇ ਟਿਕ ਨਹੀਂ ਸਕਦਾ, ਇੱਥੇ ਸਚਿਆਰ ਸਿੱਖ ਬੈਠ ਸਕਦੇ ਨੇ। ਕਿਉਂਕਿ ਪਾਤਸ਼ਾਹ ਜੀ ਕਹਿੰਦੇ ਉੱਥੇ ਸੱਚ ਵਰਤਦਾ, ਕੁੜਿਆਰਾਂ ਚਿੱਤ ਉਦਾਸ। ਵਿੱਚ ਸੱਚੇ ਕੂੜ ਨਾ ਗੱਡਾਈ, ਮਨ ਵੇਖੋ ਕਰ ਨਿਰਜਾਸ। ਨਿਰਣਾ ਕਰਕੇ ਵੇਖ ਲਓ, ਸੱਚ ਦੇ ਵਿੱਚ ਝੂਠ ਕਦੇ ਰਲਿਆ ਨਹੀਂ ਕਰਦਾ।
ਸੱਚੇ ਸਿੱਖ ਦੇ ਵਿੱਚ ਝੂਠਾ ਰਲਿਆ ਨਹੀਂ ਕਰਦਾ। ਇਹ ਸਤਿਗੁਰ ਮਹਾਰਾਜ ਬਾਣੀ ਦੇ ਅੰਦਰ ਕਹਿ ਰਹੇ ਨੇ। ਇੱਥੇ ਕਹਿੰਦੇ ਕੁੜਿਆਰ ਪਿਛਾਂ ਸੱਟੀ ਹਨ, ਕੂੜੇ ਬੰਦੇ ਝੂਠੇ ਬੰਦੇ ਪਿੱਛੇ ਸੁੱਟੇ ਜਾਂਦੇ ਨੇ ਜਦੋਂ ਲੇਖਾ ਜੋਖਾ ਹੁੰਦਾ ਹੈ। ਪਾਤਸ਼ਾਹ ਜੀ ਕਹਿੰਦੇ ਕੂੜ ਹਿਰਦੈ ਕਪਟ ਮਹਾ ਦੁਖ। ਪਾਤਸ਼ਾਹ ਜੀ ਕਹਿ ਰਹੇ ਨੇ ਹਿਰਦੈ ਕਪਟ ਮਹਾ ਦੁਖ ਪਾਵੈ। ਕੂੜੇ ਬੰਦਿਆਂ ਨੂੰ ਪਿੱਛੇ ਕਿਉਂ ਸੁੱਟਿਆ ਜਾਂਦਾ? ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਵੀ ਕੂੜ ਹੁੰਦਾ ਅਤੇ ਉਹ ਕਪਟ ਕਰਨ ਵਾਲੇ, ਧੋਖਾ ਕਰਨ ਵਾਲੇ ਹੁੰਦੇ ਨੇ, ਦੁੱਖ ਹੀ ਪਾਉਂਦੇ ਨੇ। ਮੂੰਹ ਕਾਲੇ ਕੁੜਿਆਰੀਆਂ ਕੁੜਿਆਰ ਕੂੜੇ ਹੋ ਜਾਵੇ। ਪਾਤਸ਼ਾਹ ਜੀ ਕਹਿੰਦੇ ਰੱਬ ਦੀ ਹਜ਼ੂਰੀ ਅੰਦਰ, ਪਰਮਾਤਮਾ ਦੀ ਦਰਗਾਹ ਅੰਦਰ ਝੂਠੇ ਬੰਦਿਆਂ ਦਾ ਮੂੰਹ ਕਾਲਾ ਹੁੰਦਾ ਹੈ। ਹੁਣ ਸ਼ਬਦ ਮਹਾਰਾਜ ਨੇ ਸਿੱਧਾ ਵਰਤਿਆ ਜੀ, ਕਾਲਾ ਮੂੰਹ ਹੋ ਜਾਂਦਾ ਹੈ। ਕਰੈਕਟਰ ਦੇ ਉੱਤੇ, ਜੀਵਨ ਦੇ ਉੱਤੇ ਕੋਈ ਦਾਗ ਲੱਗ ਜਾਵੇ ਨਾ, ਸਾਰੀ ਜ਼ਿੰਦਗੀ ਦੀ ਕੀਤੀ ਕਮਾਈ ਖੇਹ ਹੋ ਜਾਂਦੀ ਹੈ। ਇੱਥੇ ਇਹੀ ਗੱਲ ਮਹਾਰਾਜ ਕਹਿ ਰਹੇ ਨੇ, ਪਾਤਸ਼ਾਹ ਜੀ ਕਹਿ ਰਹੇ ਨੇ ਮੂੰਹ ਕਾਲੇ ਕੁੜਿਆਰੀਆਂ। ਝੂਠੇ ਬੰਦੇ ਦਾ ਮੂੰਹ ਹਮੇਸ਼ਾ ਕਾਲਾ ਹੁੰਦਾ ਹੈ। ਕੁੜਿਆਰੀਆਂ ਕੁੜਿਆਰ ਕੂੜੋ ਹੋ ਜਾਵੇ, ਕਿਉਂਕਿ ਉਹਦਾ ਜਿਹੜਾ ਬੈਠਣਾ ਕਹਿ ਲਓ, ਉਹਦੀ ਖੁਰਾਕ ਮਨ ਦੀ ਕਹਿ ਲਓ, ਉਹ ਝੂਠ ਬਣ ਗਿਆ। ਉਹ ਕੂੜ ਕਮਾ ਕਮਾ ਕੇ, ਬੇਈਮਾਨੀ ਕਰ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ। ਗੁਰੂ ਕਿਰਪਾ ਕਰੇ ਜੀ, ਅਸੀਂ ਲੜੀਵਾਰ ਵਿਚਾਰ ਜਿਹੜੀ ਆਪਾਂ ਇੱਕ ਰੂਟੀਨ